ਮੁਗਲ ਕਾਲ ਦਾ ਸਮਾਂ ਗੋਲਕੁੰਡਾ ਦੀਆਂ ਪਹਾੜੀਆਂ ਦੇ ਵਿੱਚ ਇੱਕ ਆ ਜਿਹੜੀ 700-800 ਭੇਡਾਂ ਸਨ, ਉਸ ਦੀਆਂ ਆਪਣੀਆਂ ਚਾਰਦਾ ਹੁੰਦਾ ਸੀ। ਭੇਡਾਂ ਦੀ ਉੱਨ ਵੇਚਦਾ ਸੀ, ਭੇਡਾਂ ਦਾ ਦੁੱਧ ਵੇਚਦਾ ਸੀ, ਭੇਡਾਂ ਵੀ ਵੇਚਦਾ ਸੀ, ਧੰਦਾ ਸੀ ਉਸਦਾ। ਅੱਜ ਸ਼ਾਮ ਨੂੰ ਮੁਖਤਸਰ ਮੈਂ ਸੰਖੇਪ ਵਿੱਚ ਅਰਜ਼ ਕਰ ਰਿਹਾ, ਭੇਡਾਂ ਨੂੰ ਚਾਰ ਕੇ ਵਾਪਸ ਆ ਰਹੇ ਤਨਹਟੀ ਦੇ ਪਹੁੰਚਿਆ, ਜੈਸੇ ਪਹਾੜ ਦੀ ਇੱਕ ਚਮਕਦਾ ਹੋਇਆ ਪੱਥਰ। ਹਨੇਰਾ ਹੋ ਚੁੱਕਿਆ ਸੀ ਹਲਕਾ, ਪਰ ਪੱਥਰ ਚਮਕੇ ਪਿਆ, ਚੁੱਕ ਲਿਆ ਸੀ। ਘਰ ਆ ਗਿਆ, ਬੱਚਿਆਂ ਨੂੰ ਕਹਿੰਦਾ ਬੜਾ ਸੁੰਦਰ ਖਿਡੌਣਾ ਤੁਹਾਡੇ ਵਾਸਤੇ ਲਿਆਂਦਾ, ਐ ਲਓ। ਖੁਸ਼ ਹੋ ਗਏ ਬੱਚੇ, ਛੋਟੇ ਛੋਟੇ 3 ਬੱਚੇ ਉਸਦੇ। ਉਸ ਚਮਕਦੇ ਪੱਥਰ ਨੂੰ ਉਹਨਾਂ ਨੇ ਰੱਖ ਲਿਆ, ਖੇਡਦੇ ਰਹੇ ਰੋਜ਼, ਦਿਨ ਨੂੰ ਵੀ ਰਾਤ ਨੂੰ। ਅੱਜ ਇੱਕ ਐਸਾ ਸੱਜਣ ਆਇਆ ਜਿਹਨੂੰ 2 ਭੇਡਾਂ ਦੀ ਲੋੜ ਸੀ, ਖਰੀਦਣ ਲਈ ਆਇਆ। ਸ਼ਾਮ ਦੇ ਵਕਤ ਆਇਆ, ਅਯਾਲੀ ਆ ਚੁੱਕਿਆ ਸੀ, ਭੇਡਾਂ ਆ ਚੁੱਕੀਆਂ ਸਨ। 2 ਭੇਡਾਂ ਦਾ ਉਸਨੇ ਸੌਦਾ ਕੀਤਾ, ਪੁਰਾਣਾ ਜ਼ਮਾਨਾ ਮੁਗਲ ਕਾਲ, 2-2 ਰੁਪਏ ਦੀ ਇੱਕ ਭੇਡ। 4 ਰੁਪਏ ਉਸਨੇ ਦਿੱਤੇ ਔਰ ਉਹਨਾਂ ਦੇ ਨਾਲ ਸਿੱਕੇ ਚੱਲਦੇ ਸਨ। 4 ਰੁਪਏ ਦੇ 4 ਸਿੱਕੇ ਦਿੱਤੇ। 2 ਭੇਡਾਂ ਦੇ ਗਲੇ ਵਿੱਚ ਰੱਸਾ ਪਾ ਕੇ ਜਦੋਂ ਚੱਲਣ ਲੱਗਿਆ, ਉਹਦੀ ਨਿਗਾਹ ਪੈ ਗਈ ਬੱਚੇ ਜਿਸ ਪੱਥਰ ਨਾਲ ਖੇਡ ਰਹੇ ਸਨ। ਰੁਕ ਕੇ ਕਹਿੰਦਾ, ਅਯਾਲੀ ਨਾ, ਇਹ ਤੋਹਫਾ ਤੁਹਾਨੂੰ ਕਿੱਥੋਂ ਮਿਲਿਆ? ਅਯਾਲੀ ਭੱਜਿਆ ਹੋਇਆ ਗਿਆ ਤੇ ਬੱਚਿਆਂ ਕੋਲੋਂ ਪੱਥਰ ਚੁੱਕ ਲਿਆਂਦਾ। ਕਹਿਣ ਲੱਗਾ, ਤੁਸੀਂ ਇਸ ਨੂੰ ਤੋਹਫਾ ਕਹਿੰਦੇ ਹੋ? ਇੱਥੇ ਮੈਂ ਉਸ ਦਿਨ ਭੇਡਾਂ ਚਾਰਦਾ ਆ ਰਿਹਾ ਸੀ, ਮੈਨੂੰ ਮਿਲ ਗਿਆ, ਤੁਹਾਨੂੰ ਚੰਗਾ ਲੱਗਦਾ, ਲੈ ਤੁਸੀਂ ਲੈ ਜਾਓ, ਮੇਰੇ ਬੱਚਿਆਂ ਨੇ ਬਹੁਤ ਖੇਡ ਲਿਆ, ਤੁਹਾਡੇ ਬੱਚੇ ਖੇਡਣਗੇ, ਜਾ ਤੁਸੀਂ ਲੈ ਜਾਓ। ਉਹਨੇ ਆਪਣੇ ਖੀਸੇ ਦੇ ਚ ਹੱਥ ਮਾਰਿਆ, ਥੈਲੀ ਵਿੱਚ ਕੋਈ 110 ਦੇ ਸਿੱਕੇ ਸਨ, ਰੁਪਏ 110। ਉਹਨਾਂ ਦੇ ਨਾਲ ਸਭ ਤੋਂ ਵੱਡਾ ਸਿੱਕਾ 1 ਰੁਪਏ ਦਾ, ਬਾਕੀ ਆਨੇ ਦੁਆਨੀਆਂ, ਪੈਸੇ, ਧੇਲੇ, ਕਸੀਰੇ, ਕੌਡੀਆਂ, ਇਹ ਸਭ ਛੋਟੇ ਸਿੱਕੇ ਆਉਂਦੇ ਸਨ। 110 ਰੁਪਏ ਦੇ ਸਿੱਕੇ ਥੈਲੀ ਹਥੈਲੀ ਤੇ ਰੱਖੀ, ਆਖਿਆ ਫਿਰ ਇਹ ਨਜ਼ਰਾਨਾ ਲੈ ਦੇ, ਆਪਣੇ ਕੋਲ ਹੈ ਇਸ ਵਕਤ ਇਤਨੇ, ਨਹੀਂ ਤੇ ਹੋਰ ਦੇਣੇ ਸਨ। ਅਯਾਲੀ ਬੜਾ ਖੁਸ਼ ਹੋ ਗਿਆ, ਦੇ ਦਿੱਤਾ ਪੱਥਰ। ਆਪਣੇ ਬੱਚਿਆਂ ਨੂੰ ਉਹ ਅਯਾਲੀ ਕਹਿੰਦਾ ਕਿਤਨਾ ਮੂਰਖ ਹੈ, ਭੇਡ ਖਰੀਦਦਾ ਹੈ 2 ਰੁਪਏ ਦੀ, ਪੱਥਰ ਦੇ 110 ਰੁਪਏ ਦੇ ਗਿਆ। ਮਹਾਮੂਰਖ, ਮਹਾਮੂਰਖ, ਕੁਛ ਵੀ ਸਮਝ ਨਹੀਂ। ਪਰ ਉਹ ਜੌਹਰੀ ਸੀ, ਉਹਨੇ ਉਸ ਨੂੰ ਤਰਾਸ਼ਿਆ। ਮੁਗਲ ਸ਼ਹਿਨਸ਼ਾਹ ਦੇ ਦਰਬਾਰ ਵਿੱਚ ਭੇਟ ਕੀਤਾ। ਖੁਸ਼ ਹੋ ਕੇ ਮੁਗਲ ਸ਼ਹਿਨਸ਼ਾਹ ਨੇ ਉਸ ਨੂੰ ਨਾਮ ਦਿੱਤਾ ਕੋਹੇ ਨੂਰ। ਇਹ ਤੇ ਪਹਾੜਾਂ ਦਾ ਨੂਰ ਹੈ, ਪੱਥਰਾਂ ਦਾ ਚਾਨਣ, ਕੋਹੇ ਨੂਰ। ਉਹਨੇ ਆਪਣੇ ਤਾਜ ਚਲਾਇਆ, ਯਕੇ ਬਾਅਦ ਦੀਗਰੇ ਕਈ ਬਾਦਸ਼ਾਹਾਂ ਦੇ ਹੱਥ ਆ ਕੇ ਮਹਾਰਾਜਾ ਰਣਜੀਤ ਸਿੰਘ ਕੋਲ ਆਇਆ। ਅੱਜ ਕੱਲ੍ਹ ਲੰਡਨ ਮਿਊਜ਼ੀਅਮ ਵਿੱਚ ਪਿਆ, ਉਹਦਾ ਅੱਧਾ ਭਾਗ ਮਲਕਾ ਐਲਿਜ਼ਬੈਥ ਦੇ ਤਾਜ ਨੂੰ ਲਾਇਆ ਨੇ, ਅੱਧਾ ਪਿਆ। 15 ਪਾਉਂਡ ਟਿਕਟ ਹੈ ਮਿਊਜ਼ੀਅਮ ਵਿੱਚ ਉਹਨੂੰ ਦੇਖਣ ਦੀ। ਹਜ਼ਾਰਾਂ ਬੰਦੇ ਰੋਜ਼ ਜਾਂਦੇ ਨੇ, ਇਸ ਹਿਸਾਬ ਨਾਲ ਲੱਖਾਂ ਦੀ ਆਮਦਨ ਤੇ ਸਿਰਫ ਉਸ ਨੂੰ ਦੇਖਣ ਦੀ ਹੈ, ਨਜ਼ਰਾਨਾ। ਲੇਕਿਨ ਅਯਾਲੀ ਨੇ, ਉਹਦੇ ਬੱਚੇ ਪੱਥਰ ਜਾਣ ਕੇ ਖੇਡਦੇ ਰਹੇ ਔਰ 110 ਰੁਪਏ ਦੇ ਦਿੱਤਾ। समझ नहीं है तो हीरा हीरा नहीं है, समझ नहीं है तो नीलम नीलम नहीं है, समझ नहीं है तो सोना सोना नहीं है, गुस्ताखी माफ समझ नहीं है तो परमात्मा परमात्मा नहीं है, समझ नहीं है तो गुरु गुरु नहीं है। जो मेरी समझ दे च नहीं वो नहीं। एक दूजा नुकता थानू सरवण करावां, सारे भारत नूं पता है इस गल दा, और मेरे नाल जितने साथी इंडिया चलते ना, 5-7 जत्थे गुरु के कीर्तनीय चलते हैं, पुराने नवे भी चलते हैं, कथावाचक चलते हैं, उन्होंने भी पता है। सन 72 की गल है, तेहरान विच कथा की समाप्ति हुई। 15 दिन की कथा करने तो बाद मैं वापस जान लगा
ਤੇ ਸ਼ਾਇਦ ਆਪ ਨੂੰ ਪਤਾ ਹੋਵੇ ਤਹਿਰਾਨ ਜ਼ੈਰਾਨ ਦੇ 'ਚ ਮੁਸਲਮਾਨ ਵੀ ਗੁਰਦੁਆਰੇ ਆਉਂਦੇ ਨੇ। ਬਾਸ ਜਿਸ ਇਲਾਕੇ 'ਚੋਂ ਆਇਆ, ਫਰੰਟੀਅਰ ਪਠਾਨਿਸਤਾਨ ਦਾ ਇਲਾਕਾ, 10ਵੀਂ ਸਦੀ ਸੰਗਤ ਦੇ 'ਚ ਮੁਸਲਮਾਨ ਜ਼ਰੂਰ ਆਉਂਦੇ ਸਨ। ਅੱਧੇ ਹਿੰਦੂ ਆਉਂਦੇ ਸਨ, 10ਵੀਂ ਸਦੀ ਮੁਸਲਮਾਨ ਆਉਂਦੇ ਸਨ, ਬਾਕੀ ਨਹੀਂ ਕਹਿ ਲਓ 40% ਕੇਸਾਦਾਰੀ ਆਉਂਦੇ ਸਨ। ਗੱਲ ਖੋ ਗਈ, ਸਾਰੀ ਖੋ ਗਈ। ਉੱਥੇ ਵੀ ਤਹਿਰਾਨ ਸਿੰਘ ਸਭਾ ਦੇ ਅੰਦਰ ਕੁਛ ਮੁਸਲਮਾਨ ਆਉਂਦੇ ਸਨ। ਉਹਨਾਂ ਨੂੰ ਵੇਖ ਕੇ ਫਿਰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਫਾਰਸੀ ਦੇ ਸ਼ਬਦ ਨੇ, ਮੈਂ ਜ਼ਿਆਦਾ ਕਥਾ ਫਿਰ ਉਹਨਾਂ ਦੀ ਕਰਦਾ ਸੀ। ਭਾਈ ਮੱਖਣ ਸਿੰਘ ਨੇ ਵੀ ਮੈਨੂੰ ਇਸ ਤਰ੍ਹਾਂ ਇਸ਼ਾਰਾ ਕਰ ਦਿੱਤਾ। 3 ਦਿਨ ਮੈਂ ਇਸ ਸ਼ਬਦ ਤੇ ਲਾਏ, ਯਕ ਅਰਜ਼ ਗੁਫਤਮ ਵੇਸ਼ ਤੋਂ ਦਰਗੋਸ਼ ਕੁਨ ਕਰ ਹੱਖਾ ਕਬੀਰ ਕਰੀਮ ਤੋਂ ਬੇਅੈਬ ਪਰਵਰਦਿਗਾਰ। ਹਜ਼ਾਰਾਂ ਦਫਾ ਇਹ ਸ਼ਬਦ ਮੈਂ ਪੜ੍ਹਿਆ ਹੋਵੇਗਾ, ਸੁਣਿਆ ਹੋਵੇਗਾ, ਸੁਣਾਇਆ ਹੋਵੇਗਾ, ਪਰ ਪਹਿਲੀ ਦਫਾ ਜਦ ਮੈਂ ਉੱਥੇ ਸੁਣਾਇਆ, 2 ਈਰਾਨੀਆਂ ਨੂੰ ਗਸ਼ੀ ਛਿੜ ਗਈ, ਬਾਕੀ ਰੋਂਦੇ। ਕਹਿੰਦੇ ਐਸੀ ਪਾਕ ਕਲਾਮ, ਐਸੀ ਪਾਕ ਕਲਾਮ, ਮਸਤ ਹੋ ਗਏ। ਮੈਨੂੰ ਯਾਦ 15 ਦਿਨ ਕਥਾ ਦੀ ਸਮਾਪਤੀ ਤੇ ਉਹਨਾਂ ਦੇ 'ਚ ਜਿਹੜਾ ਇੱਕ ਆਮਦਾ ਸੀ, ਇੱਕ ਐਸਾ ਫਕੀਰ ਵੀ ਸੀ ਜੋ ਰਹਿੰਦਾ ਜੋਗੀ ਸੀ ਤੇ ਸਾਰੇ ਸਮਝਦੇ ਸਨ ਬਹੁਤ ਗਰੀਬ ਹੈ। ਪੈਦਲ ਆਉਂਦਾ ਸੀ 3 ਮੀਲ ਤੋਂ, ਔਰ ਪੈਦਲ ਵਾਪਸ ਜਾਂਦਾ ਸੀ। ਕਦੀ ਕਦੀ ਕੋਈ ਸਿੰਘ ਉਸ ਨੂੰ ਆਪਣੀ ਗੱਡੀ 'ਚ ਬਿਠਾ ਦਿੰਦਾ ਸੀ। ਉਹਨੇ ਮੈਨੂੰ ਇੱਕ ਮਾਲਾ ਦੇਣੀ ਚਾਹੀ, ਤਸਬੀਹ ਕਹਿੰਦੇ ਨੇ। ਕਹਿੰਦੇ ਰੇ ਮਸਕੀਨ ਜੀ, ਮੇਰੀ ਤਰਫੋਂ ਨਜ਼ਰਾਨਾ ਐ ਲੈ ਲਓ, ਮੈਂ ਗਰੀਬ ਦਾ। ਮੈਂ ਕਿਹਾ ਤੂੰ ਰੱਖ, ਤਸਬੀਹਾਂ ਬਥੇਰੀਆਂ ਇੰਡੀਆ 'ਚ ਮਿਲ ਜਾਂਦੀਆਂ ਨੇ। ਉਹਦੀ ਹਾਲਤ ਵੇਖ ਕੇ ਮੈਂ ਕਿਹਾ ਨਹੀਂ, ਉਮਰ ਰਹਿਣ ਤੇ। ਪਰ ਉਹ ਰੋਣ ਲੱਗ ਪਿਆ। ਮੈਨੂੰ ਕਹਿਣ ਲੱਗਾ, ਮੈਨੂੰ ਇਸ ਯੋਗ ਵੀ ਨਹੀਂ ਸਮਝਦੇ ਕਿ ਮੈਂ ਇੱਕ ਤਸਬੀਹ ਤੁਹਾਨੂੰ ਦੇ ਸਕਾਂ। ਮੈਂ ਕਿਹਾ ਅੱਛਾ ਚਲੋ ਲੈ ਦਿੰਦੇ। 8-10 ਸਾਲ ਉਹ ਤਸਬੀਹ ਮੇਰੇ ਕੋਲ ਰਹੀ। 2-3 ਦਫਾ ਗੁੰਮ ਵੀ ਹੋ ਗਈ, ਮਿਲ ਗਈ। ਇੱਕ ਦਫਾ ਤੇ ਰੇਲ ਦੇ 'ਚ ਰਹਿ ਗਈ। ਹੈਰਾਨਗੀ ਦੀ ਗੱਲ, ਜਿਸ ਸੀਟ ਤੇ ਰਹਿ ਗਈ ਸੀ, ਪਤਾ ਨਹੀਂ ਕਿਹੜਾ ਮੁਸਾਫਰ ਬੈਠਿਆ, ਉਹਨੂੰ ਕੀ ਸਮਝ ਪਈ, ਉਹ ਗੁਰਦੁਆਰਾ ਸੀਸਗੰਜ ਗੁਰਦੁਆਰੇ 'ਚ ਪਹੁੰਚਾ ਗਿਆ ਸੀ। ਬੇਗ ਸਿੰਘ ਬੈਠਾ ਸੀ, ਉਹ ਉਤਰਿਆ ਸੀ, ਪੌਦੀ ਲੱਗਦੀ। ਮੈਨੂੰ ਫਿਰ ਵੀ ਮਿਲ ਗਈ। ਥੋੜੇ ਸਾਲਾਂ ਦੀ ਗੱਲ ਹੈ। ਦਾਸ ਦੀ ਛੋਟੇ ਬੱਚੇ ਦੀ ਸ਼ਾਦੀ ਲਖਨਊ ਹੋਈ ਹੈ। ਉੱਥੇ ਦਾਸ ਦੀ ਕੁੜਮਾ ਚਾਰੀ ਹੈ ਤੇ ਉਹ ਜੈਵਲਰਸ ਨੇ, ਹੀਰੇ ਮੋਤੀਆਂ ਦਾ ਕੰਮ ਵੀ ਕਰਦੇ ਨੇ, ਸੋਨੇ ਦਾ। ਸਰਦਾਰ ਪੂਰਨ ਸਿੰਘ ਤੇ ਲੋਚਨ ਸਿੰਘ ਜੈਵਲਰਸ। ਉਹ ਬਜ਼ੁਰਗ ਆਪ ਤੇ ਹੁਣ ਨਹੀਂ ਰਹੇ। ਪੂਰਨ ਸਿੰਘ ਜਿਨ੍ਹਾਂ ਦਿਨਾਂ 'ਚ ਦਾਸ ਕਾਨਪੁਰ ਫਰਵਰੀ ਦੇ ਮਹੀਨੇ 'ਚ 10 ਦਿਨ ਕਥਾ ਕਰਦਾ ਸੀ, ਉਹ ਡੇਲੀ ਲਖਨਊ ਤੋਂ ਅਪ ਡਾਊਨ ਕਰਦੇ ਸਨ। 40 ਮਿੰਟ ਸਫ਼ਰ। ਰਾਤ ਨੂੰ ਮੇਰੇ ਕੋਲ ਰਹਿਣਾ, ਕਥਾ ਸੁਣ ਕੇ, ਸਵੇਰੇ ਕਥਾ ਸੁਣ ਕੇ ਚਲੇ ਜਾਣਾ, ਕਿਉਂਕਿ ਦੁਕਾਨ ਫਿਰ ਸ਼ਾਮ ਨੂੰ। ਇੱਕ ਦਿਨ ਉਹ ਤਸਬੀਹ ਦੇਖ ਲਈ, ਸਿਰਾਣੇ ਪਈ ਸੀ ਮੇਰੇ। ਮੈਨੂੰ ਕਹਿਣ ਲੱਗੇ, ਮਸਕੀਨ ਜੀ, ਮੈਂ ਅੱਜ ਲਖਨਊ ਲੈ ਜਾਣਾ, ਸ਼ਾਮੀ ਲੈ ਆਵਾਂਗਾ। ਮੈਂ ਕਿਹਾ ਲੱਗਦਾ ਤੁਹਾਨੂੰ ਬਹੁਤ ਚੰਗੀ ਲੱਗੀ, ਲੈ ਜਾਓ। ਵਾਪਸ ਕੀ ਲਿਆਣੀ, ਲੈ ਜਾਓ। ਕਹਿਣ ਲੱਗੇ ਨਹੀਂ, ਮੈਂ ਵਾਪਸ ਲੈ ਆਵਾਂਗਾ। ਮੈਂ ਦੇ ਦਿੱਤੀ। ਸ਼ਾਮੀ ਜਦ ਆਏ ਤੇ ਮੈਨੂੰ ਕਹਿਣ ਲੱਗੇ ਇਹ ਪੁਖਰਾਜ ਹੈ, ਐਸੇ ਵਾਸਤੇ ਮੈਂ ਲੈ ਗਿਆ ਸੀ। ਇਹ ਇੱਕ ਮਣਕਾ 10-12 ਹਜ਼ਾਰ ਰੁਪਏ ਦਾ, ਉਸ ਵਕਤ ਦੀ ਗੱਲ ਹੈ, ਪਾਲਵਨ 77-78। ਤੁਸੀਂ ਇੰਜ ਸੁੱਟ ਦਿੰਦੇ? ਕਹਿੰਦੇ ਇਸ ਵਾਸਤੇ ਮੈਂ ਲੈ ਗਿਆ ਸੀ ਵੀ ਹੈ ਵੀ ਸਹੀ ਪੁਖਰਾਜ ਕੇ ਨਹੀਂ, ਦੇਖਣ ਵਾਸਤੇ ਲੈ ਗਿਆ ਸੀ। ਤੇ ਮੈਂ ਜਾਂਚ ਪੜਤਾਲ ਕਰਕੇ ਆ ਰਿਹਾ ਤੇ ਪੁਖਰਾਜ ਤੁਸੀਂ ਐਵੇਂ ਸੁੱਟਦੇ ਹੋ? ਮੈਂ ਹੈਰਾਨ ਹੋਇਆ। ਉਹ ਫਕੀਰ ਜਿਹਦੇ ਕੱਪੜੇ ਵੀ ਪਾਟੇ ਸਨ, ਪੁਖਰਾਜ ਦੀ ਮਾਲਾ ਰੱਖਦਾ ਕੋ। ਉਹਨਾਂ ਨੇ ਮੈਨੂੰ ਸ਼ਾਮੀ ਇਹ ਦੱਸਿਆ, ਯਕੀਨ ਜਾਣੋ ਸਵੇਰੇ ਉਹ ਮਾਲਾ ਐਸੀ ਗੁੰਮ ਹੋਈ, ਅੱਜ ਤੱਕ ਨਹੀਂ ਲੱਭੀ, ਅੱਜ ਤੱਕ ਨਹੀਂ। ਨਾਲ ਦੇ ਸਾਰੇ ਸਾਥੀਆਂ ਨੇ ਵੇਖੀ ਸੀ, ਸਭ ਨੂੰ ਪਤਾ ਹੈ। ਸਭ ਮੈਨੂੰ ਕਹਿ ਲਗੇ, ਗਿਆਨੀ ਜੀ ਹੁਣ ਨਹੀਂ ਲੱਭਣੀ,
क्योंकि पहले तो मणके सन ना, हुण कुकराज है, हुण नहीं लभेगी। फिर उस दिन मैनू समझ आई कि समझ है तो पुखराज पुखराज है, वरना नहीं है। समझ है तो सोना सोना है, वरना नहीं है। समझ है तो हीरा हीरा है, वरना नहीं है। समझ है तो परमात्मा परमात्मा है, वरना नहीं है। समझ है तो गुरु गुरु है, वरना कुछ भी नहीं है। जो मेरी समझ दे च नहीं वो नहीं है, और जो मेरी समझ दे च नहीं वो मेरे चेते च भी नहीं। हे प्रभु, तू मेरी समझ तो दूर है, यादां तो दूर है। यही बाबा फरीद करे न, गलिए चिक्कड़ दूर घर। हे प्रभु, हे खुदा, तू मेरी याद तो दूर है। तेनों याद करन बैठदा, परिवार तक पहुँच जाती है याद, तेरे तक नहीं पहुँचती। पदार्थां तक पहुँच जाती है, तेरे तक नहीं पहुँचती। धन संपदा तक मेरी याद पहुँच जाती है, तेरे तक नहीं पहुँचती। तू मेरी समझ तो दूर है, तू मेरे चेते तो दूर है। जो मेरी समझ दे च नहीं, फिर वो मेरे चेते च किस तरह हो सकता है, याद च किस तरह हो सकता है। पंजाबी च कहते ने चेते करो, उर्दू च कहते ने याद करो, संस्कृत दे च कहते ने सिमरन करो। और सिमरन करन दी बड़ी ताकीद की जाती है। दुनिया बहुत सिमरन कर दी है, जबकि सिमरन नहीं नहीं नहीं। जो मेरी समझ च ही नहीं, उन्होंने मैं चेते किस तरह करांगा, याद किस तरह करांगा, सिमरन किस तरह करांगा। जो मेरी समझ दे च नहीं वो मेरे चेते दे च भी नहीं। जो मेरी समझ दे च नहीं वो मेरी सिमरती दे च भी नहीं है। जो मेरी समझ दे च नहीं वो मेरी याद दे च भी नहीं है। दो दूरियां परमात्मा ते लागू होंदियां ने कि हे प्रभु, तू मेरी समझ तो दूर है, मेरी समझ तेरे तक नहीं पहुंचती। तू मेरी यादां तो दूर है, मेरी याद तेरे तक नहीं पहुंचती। याद करन बैठदे आ निरंकार नूं परिवार याद आउंदा है, परिवार दे मैंबर याद आउंदे ने, याद उत्थे तक पहुंच जाती है, निरंकार तक नहीं पहुंचती। याद करन बैठे आ परमात्मा नूं पदार्थ याद आउंदे ने, याद पदार्थां तक पहुंच जाती है, परमात्मा तक नहीं। याद करन बैठे आ धर्म नूं धन चेते आ। याद करन बैठे आ करतार नूं संसार चेते आउंदा। याद करन बैठे आ निरंकार नूं परिवार चेते आंदा है, सच्चाई। क्यों? परिवार तक याद पहुंच जाती है। क्यों? परिवार की समझ है। पदार्थां तक याद पहुंच जाती है। क्यों? पदार्थां की समझ है। धन तक याद पहुंच जाती है। क्यों? धन की समझ है। परमात्मा तक याद नहीं पहुंचती। क्यों? परमात्मा की समझ नहीं। निरंकार तक याद नहीं पहुंचती। हजरत निजामुद्दीन दे शिष्य होए ने चेले अमीर खुसरो, शायद आपको पता होवे, उर्दू भाषा उर्दू शायरी का जन्मदाता है। इस तो पहले उर्दू भाषा नहीं सी, शाहजहां दे कहने ते इसने बनाई सी। दूसरा कवाली संगीत का भी ये जन्मदाता है। अमीर खुसरो तो पहले कवाली संगीत भी नहीं सी। अमीर खुसरो जन्मदाता है। चोटी दा विद्वान, दार्शनिक, चिंतक, फिलोसफर, शायर ते संगीतकार से। हजरत निजामुद्दीन दा चेला सी तो धार्मिक सी, बड़ा जप तप करदा सी, बड़ी साधना करदा सी। पता है की कहंदा है? ध्यान नाल सुनना। अब तो याद रफ्तगां की भी पहुंच नहीं, रफ्तगां मेरी चलती हुई याद भी पहुंच नहीं। अब तो याद रफ्तगां की भी पहुंच नहीं। दोस्तों ने कितनी दूर बसाई है बस्तियां, ऐ मेरे दोस्त कितनी दूर है तेरी बस्ती, मेरी याद नहीं पहुंचती, नहीं पहुंचती। कितना दूर है तेरा घर, मेरी याद नहीं पहुंचती। परिवार तक पहुंच जाती है, हे निरंकार तेरे तक नहीं पहुंचती। पदार्थां तक पहुंच जाती है,
हे परमात्मा तेरे तक नहीं पहुँचती, संसार तक पहुँच जाती है, हे करतार तेरे तक नहीं पहुँचती। कबूल करता है, मानता है। अब तो याद है रफ्तेगां की भी पहुँच नहीं। चलो इसे दी सच्चाई नो और गुरबाणी दी सच्चाई नो मुख रख के मैं कह दिया जो रखते नहीं, ठीक है पाठ करदा पिया याद प्रभु दी नहीं है, ठीक है गुरुद्वारे बैठा है याद प्रभु दी नहीं है, ठीक है हद च गुटका बाणी पढ़ रहा है, याद दा संबंध परमात्मा नाल नहीं है। नहीं क्यों? तुद चित आए महा आनंदा, ओदी याद ते महा आनंद बना देती, महारस बना देती, महाप्रकाश पैदा कर दे। तुद चित आए महा आनंदा, जिस विसरे सौ मर जाए। जिन्हों भुल जाता है ओदियां खुशियां मर जांदियां, जिन्हों भुल जाता है ओदा आनंद मर जाता है, जिन्हों भुल जाता है ओदे गुण भी मर जाते हैं। हर बिसरत तेरे गुण गलिया, कोई गुण उस मनुख को नहीं हो सकता जिहदे चेते दे परमात्मा नहीं है। अगर कोई गुण दिखाई देता होगा तो कागजी फुल होगा, वास्तविक कुल नहीं होगा। ओदी याद तो बिना कोई गुणवान नहीं हो सकता। अरे बिसरत तेरे गुण गलिया, सारे गुण गल जाते। उन्होंने भूल जाना ही मौत है। मरणम बिसरन गोविंदे, गुरु अर्जन देव जी। ए प्रभु तैनू भुल जाना ते मौत है। कदी मौत है? गुणा दी मौत है, सुखां दी मौत है, रस दी मौत है, अंधेरे दी मौत है, प्रकाश दी मौत है। अंधेरे च जीवना पेगा, अवगुण जीवना पेगा। आखा जीवा बिसरे मर जाओ, भुलदा हे प्रभु खुशियां मर जांदियां, आनंद मर जाता है। चलो इसनों धन गुरु गोबिंद सिंह जी महाराज दे अनन भगत 52 कवियां दे चों सिरमौर कवि भाई साहब भाई नंद लाल ने जिस ढंग नाल बयान किया है, मैं वह भी रख दिया। उन्होंने दे बोल ने प्रश्न ने, सवाल ने, और इंज लगता है जिवें कोई उस्ताद अपने विद्यार्थियों ते सवाल करता है। इस तरीके नाल भाई साहब सवाल करते हैं, गम चे बाशद गम की है। बिल्कुल ठीक है, तुसी आखोगे ये भी कोई सवाल है। दुख की है, क्योंकि हर बंदे ने दुख भोगे है, दुख भोग रहा है, दुख दे जी रहा है। दुख दा ते हर एक नूं पता, और मनुख हर वक्त दुख दे ची जी रहा है। पता है गुरु नानक देव जी महाराज की कहने ने, दुख किया पंडा खुलियां सुख नानक स्यो कोय। हर मनुख की है, दुखां दी पंड है, बस जरा खोलो, सिवाय दुखां दे और कुछ नहीं। जितने मनुख बैठे होणगे गुस्ताखी माफ, सब दुखां दी पंड बैठे। दुखां दियां पोटलियां घर दे च बैठियां ने, दुखां दियां पंडां बाजार दे च बैठियां ने, दुकान ते बैठियां ने। और मैं फिर माफ़ी मंगा, दुखां दियां ही पंडां मंदिर मस्जिद गुरुद्वारे के बैठे। दुख की पंडां खुलियां सुख नानक स्यो कोय। महाराज कहने मैं खोल के देखा, सिवाय दुख तो होर कुछ भी नहीं, कुछ नहीं। तुसी आखोगे पंड खोलन दा ढंग की है? ढंग है। दूजे नूं खोलन दा ढंग की है? एक ढंग है। पंड खोलन दा ढंग है कि बस सिर्फ उसनों अपना एक दुख सुना दो, अपना एक रोना सुना। अगला चुप ही नहीं करेगा, हज़ारां रोने थोड़े सामने रखे, हज़ारां दुख सुनाएगा। इस वास्ते सियाणा बंदा, सियाणे मनुख की पहचान अपने दुखों की पंड किसी के अगों नहीं खोलेगा। उन्होंने पता है मैं अपना एक दुख सुनाए ने, हज़ारां रोने सुनाने, चुप ही नहीं करेगा। इन्हों भी उस्ताद ज़ौक अपने ढंग नाल बयान कर रहा है। कहता है मेरे चेहरे से गम आशकारा नहीं है,
मैं मत्थे ते कदी दुख नो बम नो रोने नो प्रगट नहीं होने देता। मेरे चेहरे से गम आशकारा नहीं है, पर ये न समझ के ये गम का मारा नहीं है, पर ये न समझ कि ये गम का मारा नहीं है। डूबने को तो डूबे हम भी, लेकिन अहले साहिल को हमने पुकारा नहीं है। कहता डूबया मैं भी हाँ, वो थे मैं भी खादे ने, पर मैं इस तरह रोया पिटिया नहीं वे। मैं डूब गया जी, मैं मर गया जी, मैं डूब गया जी, मैं मर गया जी। मैं ऐसा रोना नहीं रोया, क्यों? सारे ही डुबदे पे, तो डुबदे होया दे अगों की डुबण दा रोना। सारे ही दुखी ने ते सारे ही दुखां दी पंड ने, इन्हां दे अगों की दुखां दी पंड खोलनी, फिर किधरे ते खोलिए। महाराज दसदे ने, दुख तिसे पे आखिए सुख जिसे ही पास। अपने दुखां दी पंड उहदे अगों खोल, जो सारे दुख ले लेवे ते तेरी पंड सुखां नाल भर दे। दुख तिसे पे आखिए, लोकी रोने संसार दे अगों रखदे पैन। मैं रात भी अर्ज कीती सी, जिसनों गुरबाणी दी समझ होवेगी वो शगन अपशगन दे चक्कर दे च भी नहीं पेगा। शगन अपशगन तिस को लगे, किसनो जिस चीत ना आवे। जब अपन आप उधारे, तो शगन अपशगन कहाँ भी चले। सब कुछ तो परमात्मा तो होंदा है और कर्मानुसार होंदा है। अगर परमात्मा तो नहीं होंदा तो कर्मानुसार ही नहीं होंदा, फिर मंदिर मस्जिद गुरुद्वारे जाण दी लोड़ की, गल ही खत्म। फिर इतने अवतारां नूं आण दी की लोड़ सी। हर अवतार ने सानू यही समझाया, यही आखे शगन अपशगन कुछ भी नहीं आंदा, कर्म अपकर्म आंदा है। कोई सुखां दा दाता नहीं, प्रभु देंदा है और कर्मा अनुसार देंदा है। ओदा अटल विधान है, अटल नहीं आवे। अगर ऐसा नहीं, कर्म सिद्धांत गलत है ते शगन अपशगन ते ज्योतिषी ठीक ने, फिर ते धर्म की सारी दुनिया बेमैनी होगी, कुछ भी नहीं। मैं अर्ज करा कि शगन अपशगन ते इस तरह दियां मनोतां दी दुनिया अज्ञानता ते खड़ियां ने, अंधेरे ते खड़ियां ने। जिन्हों भी समझ है ओदी जिंदगी कर्मां ते खड़ी है, प्रभु ते खड़ी है, परमात्मा ते खड़ी है। क्योंकि उन्होंने पता है परमात्मा कर्मे कर्मे होए विचार, सच्चा आप सच्चा दरबार। ओदे दरबार विच केवल कर्म दी विचार, जात दी, मजहब दी, रंग दी, रूह दी विचार नहीं, केवल कर्मा दी विचार। हर मनुख दुखां दी पंड, जीवन भर मनुख दुख कट्ठे करदा रहिंदा है। रोज रोज दुख वधदे ने, हर नवा दिन किसी नवे दुख नूं जन्म दिंदा। ये भी मैं अर्ज करा दे दुखां दी पंड रोज रोज भारी होंदी जा रही, भारी होंदी जा रही। पंडित गुलाब सिंह जी महाराज निर्बले महात्मा होए ने। वो कहंदे पहले मैनू दसो, जिसने मनुखा तन धारण किया होवे ते दुखी ना होया होवे, मैनू दसो कौन है? ऐसा कौन है? उन्होंने दा सवैया मैं थोड़े सामने रखा। जह नाम उचारत दुख मिटे, वो राम गए पद स्यों बन माहे। जेदा ना लैंदियां राम आखदियां श्रद्धालुआं नूं सुख मिल जाता है। ओ राम अयोध्या तो रोंदा होया बनवास जा रहा है। जय नाम उचारत दुख मिटे, वो राम गए पद स्यों बन माई। मथुरा तजकान बने अपदा मुचकंद, हरि तिन की गिरमाई। कंस नूं जद कृष्ण जी ने मार दिता, तो कंस दा सौरा जरासंध बड़ा तगड़ा सी, फौज भी बड़ी सी, लंबी चौड़ी फौज लेके आ गया मथुरा थे। इतनी फौज श्री कृष्ण को नहीं सी।
जैसे आनंदपुर छोड़ना पिया सी गुरु गोबिंद सिंह जी नूं, मथुरा छोड़नी पै गई कृष्ण नूं। इतिहास इतिहास। और मथुरा दे नाल प्रेम बड़ा सी कृष्ण दा। वगदी हुई जमुना दी धारा ते किनारे गीत गाने, प्रभु दी बंदगी भजन करना, रास लीला राही प्रभु नाल जुड़ना, ये बार बार याद आ पर छोड़नी पे। मथुरा तज कान बने अब दा मुचकंद हरी तिन के गिरमान। इथों ही नस के गुजरात चले गए सन, द्वारका। इन्नी दूर चले गए जरा सिंध पीछा ना कर सके। बलबीर पिता रघुवीर पिता, दुख लोक समान रहे भव माही। कहो रे मन कौन सुखी जग में, तन धार के जो दुख पावत ना। मनुखा तन धारण कीता होवे ते दुखी ना होया होवे। पंडित गुलाब सिंह जी महाराज जी कहते मैनू दसो कौन है। दुख मुसीबतां ते अवतारां ते भी आईयां, गुरुआं ते भी आईयां, आम मनुखां नालों ज्यादा आईयां ने। जितना सियाणा मनुख होवेगा, जितना क्रांतिकारी मनुख होवेगा, उतना मुसीबतां च फसेगा, विपतावां च फसेगा। जितना सियाणा मनुख होवेगा उतना उसनों संसार दुख प्रतीत होवेगा। ये भी महसूस करते हैं। मूर्ख नूं या इंज कह लो जिन्हों दुख नहीं प्रतीत होंदा, मूढ़ है। पशु इतने दुखी नहीं होंदे जितना मनुख होंदा है, और बनस्पति इतनी दुखी नहीं होंदी जितने पशु होंदे, क्योंकि सियाणप दे नाल दुख वधदा है। जन्म दुख है, जीवन दुख है, मरण दुख है। ये दिस पिया सी राजकुमार सिद्धार्थ नूं। जन्म दुख है, जीवन दुख है, मरण दुख है। एक दिन एक बीमार मनुख देख लिया, जीवन दुख है। एक दिन एक बुढ़ा मनुख देख लिया, जीवन दुख है। जब लग जरा रोग नहीं आया। एक दिन एक लाश देख ली, जन्म ते जीवन दुख नहीं, मरण भी दुख है। जीवन तो बेजार हो गया, उपराम हो गया। इन्ना वड्डा राजकुमार इकलौता लड़का। अब सुन के हैरान हो गए। परमात्मा दे ज्ञान तो कोई परमात्मा दे मार्ग ते नहीं चलता, चल चल के ज्ञान बाद दे प्राप्त होता है। दुख दे ज्ञान तो चलता है। जन्म दुख है, जीवन दुख है, मरण दुख है, जगत दुख है, सब कुछ दुख है। बाली रोवे नाए बतार, नानक दुखिया सब संसार। मूड़ मनुख कह सकता है नहीं जगत ते सुख है। जिहड़ा ऐसा आखे महामूर्ख है। अगर जगत ही सुख है तो फिर परमात्मा की लोड़ नहीं। ये जीवन ही आनंदमयी है तो ईश्वर की कोई लोड़ नहीं, लोड़ ही नहीं, गल खत्म। बाबर पहला मुगल सम्राट, कवि भी सी, शायर भी थोड़ा बहुत लिखदा सी। पता है की कहंदा है? रोज़ो नौ बहारो में व दिल रुबा खुशस्त, बाबर बा ऐश कोश के आलम दोबारा नेस्त। कहंदा है खा ले पी ले मौजा मार ले, इतना रंग है, इतना रूप है, इतना रस है, दुखी होने की की लोड़ है? क्यों दुख हुई है? कोई दुख नहीं है, कोई दुख नहीं है। बाबर, जगत रस है, जगत सुख है, जगत आनंद है, परमात्मा की कोई लोड़ नहीं, ईश्वर की कोई लोड़ नहीं। ये भी महसूस करते हैं। हुण फिर दोहरावा, दो दूरियां परमात्मा ते लागू होंदियां ने। हे प्रभु तू मेरी समझ तो दो, मेरी समझ नहीं पहुंचती। तू मेरे चेते तो दो, मेरी याद तेरे तक नहीं पहुंचती। भाई साहब, भाई नंद लाल इसे ही संबंध विच प्रश्न खड़ा कर दें। क्यों? ओदी याद महा आनंद है, उन्होंने भुल जाना महा दुख है। तुद चित आए महा आनंदा, जिस विसरे सो मर जाए। जिन्हों भुल जाता है उदियां खुशियां मर जांदियां, जिन्हों भुल जाता है
ਉਹਦੇ ਗੁਣ ਮਰ ਜਾਂਦੇ ਨੇ। ਜਿਹਨੂੰ ਭੁੱਲ ਜਾਂਦਾ ਹੈ ਉਹਦੀ ਇਨਸਾਨੀਅਤ ਮਰ ਜਾਂਦੀ ਹੈ, ਮਨੁੱਖਤਾ ਮਰ ਜਾਂਦੀ ਹੈ, ਪਸ਼ੂਆਂ ਦੀ ਤਰ੍ਹਾਂ ਜੀਵੇਗਾ। ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੇ ਸੋ ਮਰ ਜਾਏ ਜੀ। ਭਾਈ ਸਾਹਿਬ ਭਾਈ ਨੰਦ ਲਾਲ ਪ੍ਰਸ਼ਨ ਕਰਦੇ ਨੇ, ਗਮ ਚੇ ਬਾਸ਼ਦ ਗਮ ਕੀ ਹੈ। ਅਫਗਾਨਿਸਤਾਨ ਗਜ਼ਨੀ ਦਾ ਵਾਸੀ ਨੰਦ ਲਾਲ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਕਵੀਆਂ ਦੇ ਚੋਂ ਸਿਰਮੌਰ ਕਵੀ ਤੇ ਬਖਸ਼ਿਸ਼ ਦਾ ਪਾਤਰ ਬਣਿਆ ਹੋਇਆ ਭਾਈ ਸਾਹਿਬ ਭਾਈ ਨੰਦ ਲਾਲ। ਆਪਣੀ ਬਾਣੀ 'ਚ ਵੀ ਉਹਨਾਂ ਨੇ ਨੰਦ ਲਾਲ ਹੀ ਸ਼ਬਦ ਵਰਤੇ। ਕਿਧਰੇ ਕਿਧਰੇ ਪੰਜਾਬੀ ਦੇ ਬੋਲ ਵੀ ਨੇ ਉਹਨਾਂ ਦੇ, ਉਸ ਦੇ ਵਿੱਚ ਵੀ ਇਹੀ ਸ਼ਬਦ ਵਰਤੇ। ਅਫਗਾਨਿਸਤਾਨ ਦੇ ਵਾਸੀ ਸੌਦਾਗਰ ਦੀਵਾਨ ਦੇ ਲੜਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੰਗਤ ਨੇ, ਬਖਸ਼ਿਸ਼ ਨੇ ਬ੍ਰਹਮ ਗਿਆਨੀ ਬਣਾ ਦਿੱਤਾ। ਪ੍ਰਸ਼ਨ ਕਰਦੇ ਨੇ, ਗਮ ਚੇ ਬਾਸ਼ਦ ਗਮ ਕੀ ਹੈ। ਦੂਜਾ ਪ੍ਰਸ਼ਨ, ਚੀਜ਼ ਤਾਂ ਸ਼ਾਦੀ ਖੁਸ਼ੀ ਕੀ ਹੈ। ਸ਼ਾਦੀ ਦੇ ਅਰਥ ਆਨੰਦ ਕਾਰਜ ਨਹੀਂ ਹੈ, ਵਿਵਾਹ ਨਹੀਂ ਹੈ। ਵਿਵਾਹ ਲਈ ਉਹਨਾਂ ਕੋਲ ਦੂਜਾ ਸ਼ਬਦ ਹੈ ਨਿਕਾਹ। ਈਰਾਨੀ ਭਾਸ਼ਾ ਦਾ ਇਹ ਸ਼ਬਦ ਸ਼ਾਦੀ ਫਾਰਸੀ ਦਾ। ਇਹ ਦਿਲ ਸ਼ਾਦ ਅਸਤ, ਇਹ ਦਿਲ ਬੜਾ ਖੁਸ਼ ਹੈ। ਸ਼ਾਦ ਖੁਸ਼। ਇਹ ਖਾਨਾ ਸ਼ਾਦੀ ਅਸਤ, ਇਸ ਘਰ ਵਿੱਚ ਬੜੀ ਖੁਸ਼ੀ ਹੈ। ਸ਼ਾਦ ਖੁਸ਼, ਸ਼ਾਦੀ ਖੁਸ਼ੀ ਦੇ ਅਰਥ ਆਨੰਦ ਕਾਰਜ ਨਹੀਂ ਹੈ, ਵਿਵਾਹ ਨਹੀਂ ਹੈ। ਇਹ ਗੱਲ ਵੱਖਰੀ ਹੈ। ਈਰਾਨੀ ਭਾਸ਼ਾ ਦਾ ਇਹ ਸ਼ਬਦ ਭਾਰਤ ਵਿੱਚ ਆ ਕੇ ਆਨੰਦ ਕਾਰਜ ਦੇ ਅਰਥ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਫਲਾਣੇ ਘਰ ਵਿੱਚ ਸ਼ਾਦੀ ਹੈ, ਭਾਵ ਆਨੰਦ ਕਾਰਜ, ਜਦ ਕਿ ਇਸ ਦੇ ਇਹ ਅਰਥ ਨਹੀਂ ਹੈ। ਭਾਈ ਸਾਹਿਬ ਕਹਿੰਦੇ ਨੇ, ਚੀਜ਼ ਤਾਂ ਸ਼ਾਦੀ ਖੁਸ਼ੀ ਕੀ ਹੈ। ਇਹ ਦਿਲ ਨਾ ਸ਼ਾਦ ਅਸਤ, ਇਹ ਖੁਸ਼ ਨਹੀਂ ਹੈ। ਇਹ ਦਿਲ ਸ਼ਾਦ ਅਸਤ, ਇਹ ਬੜਾ ਖੁਸ਼। ਸ਼ਾਦ ਖੁਸ਼, ਸ਼ਾਦੀ ਖੁਸ਼ੀ। ਚੀਜ਼ ਤਾਂ ਸ਼ਾਦੀ ਖੁਸ਼ੀ ਕੀ ਹੈ। ਗਮ ਚੇ ਬਾਸ਼ਦ ਗਮ ਕੀ ਹੈ। ਆਪ ਹੀ ਜਵਾਬ ਦਿੰਦੇ ਨੇ। ਸਵਾਲ ਵੀ ਆਪ ਉੱਪਰ ਖੜੇ ਕੀਤੇ ਨੇ, ਥੱਲੇ ਜਵਾਬ ਵੀ ਆਪ ਲਿਖਦੇ ਨੇ। ਇਸ ਤਰ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਮਿਲਦੀ ਹੈ। ਸਵਾਲ ਗੁਰੂ ਨਾਨਕ ਕਰਦੇ ਨੇ, ਥੱਲੇ ਜਵਾਬ ਵੀ ਨੇ। ਖੈਰ ਮੁਖਤਸਰ ਮੈਂ ਰਸ ਕਰਾਂ। ਗਮ ਚੇ ਬਾਸ਼ਦ, ਭਾਈ ਸਾਹਿਬ ਕਹਿੰਦੇ ਨੇ, ਗਫਲਤ ਅਜ਼ ਯਾਦੇ ਖੁਦਾ। ਬਸ ਸਿਰਫ ਪਰਮਾਤਮਾ ਨੂੰ ਭੁੱਲ ਜਾਣਾ ਹੀ ਗਮ ਹੈ, ਹੋਰ ਕੋਈ ਗਮ ਨਹੀਂ। ਉਹਨੂੰ ਭੁੱਲ ਜਾਣਾ ਹੀ ਦੁੱਖ ਹੈ, ਹੋਰ ਕੋਈ ਦੁੱਖ ਨਹੀਂ। ਔਰ ਇਹ ਕਿੰਨਾ ਕੁ ਵੱਡਾ ਦੁੱਖ ਹੈ, ਇਹ ਗੁਰੂ ਅਰਜਨ ਦੇਵ ਜੀ ਦੱਸਦੇ ਨੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇਰ। ਆਰਥਿਕ, ਸਰੀਰਕ, ਮਾਨਸਿਕ, ਪਰਿਵਾਰਕ, ਪਤਾ ਨਹੀਂ ਕਿਤਨੇ ਕਲੇਸ਼ ਪੈਦਾ ਹੋ ਜਾਣਗੇ। ਹੁਣੇ ਰੇਡੀਓ ਪੰਜਾਬ ਤੇ ਪ੍ਰਸ਼ਨ ਸੀ, ਧਰਮ ਦਾ ਰਾਜਨੀਤੀ ਦੇ ਵਿੱਚ ਕੋਈ ਲੋੜ ਹੈ। ਮੈਂ ਕਿਹਾ ਧਰਮ ਦਾ ਸਮਾਜ ਦੇ ਵਿੱਚ ਵੀ ਲੋੜ ਹੈ, ਧਰਮ ਦਾ ਅਰਥ ਵਿਵਸਥਾ ਦੇ ਵਿੱਚ ਵੀ ਲੋੜ ਹੈ, ਧਰਮ ਦੀ ਰਾਜਨੀਤੀ ਦੇ ਵਿੱਚ ਵੀ ਲੋੜ ਹੈ। ਅਗਰ ਸਮਾਜਿਕ ਜੀਵਨ ਦੇ ਵਿੱਚ ਧਰਮ ਨਹੀਂ ਤਾਂ ਪਤੀ ਪਤਨੀ ਨਾਲ ਬੇਇਨਸਾਫੀ ਕਰੇਗਾ, ਪਤਨੀ ਪਤੀ ਨਾਲ ਧੋਖਾ ਕਰੇਗੀ, ਬੱਚੇ ਮਾਂ ਬਾਪ ਦੇ ਲਈ ਕਲੇਸ਼ ਦਾ ਬਾਇਸ ਬਣਨਗੇ, ਮਾਂ ਬਾਪ ਆਪਣੇ ਫਰਜ਼ ਦੀ ਪੂਰਤੀ ਨਹੀਂ ਕਰਨਗੇ। ਸਾਰਾ ਘਰ ਸਮਾਜਿਕ ਜੀਵਨ ਕਲੇਸ਼ ਦਾ ਅਖਾੜਾ ਬਣ ਜਾਏਗਾ ਅਗਰ ਧਰਮ ਨਹੀਂ ਹੈ। ਭਰਾ ਭਰਾ ਦੇ ਰਿਸ਼ਤੇ, ਭੈਣ ਭਰਾ ਦੇ ਰਿਸ਼ਤੇ, ਪਤੀ ਪਤਨੀ ਦੇ ਰਿਸ਼ਤੇ, ਮਾਂ ਬਾਪ ਦੇ ਰਿਸ਼ਤੇ, ਸਾਰੇ ਰਿਸ਼ਤੇ ਹੁੰਦੇ ਹੋਇਆਂ ਕਲੇਸ਼ ਹੋਵੇਗਾ, ਆਨੰਦ ਨਹੀਂ ਹੋਵੇ। ਭੈਣ ਤੇ ਹੈ ਪਰ ਕਲੇਸ਼ ਹੈ, ਪਤਨੀ ਤੇ ਹੈ ਪਰ ਦੁੱਖ ਹੈ, ਪਤੀ ਤੇ ਹੈ ਪਰ ਵਿਪਤਾ ਹੈ, ਬੱਚੇ ਤੇ ਹੈਗੇ ਨੇ ਪਰ ਕਲੰਕ ਹੈ, ਮਾਂ ਬਾਪ ਤੇ ਹੈਗੇ ਨੇ ਪਰ ਸਿਰ ਦਾ ਬੋਝ ਨੇ। ਕੁਛ ਵੀ ਨਹੀਂ, ਕੁਛ ਵੀ ਨਹੀਂ। ਧਰਮ ਦੀ ਸਮਾਜ ਦੇ ਵਿੱਚ ਲੋੜ ਹੈ। ਘਰ ਸਾਰੇ ਦਾ ਸਾਰਾ ਆਨੰਦ ਦਾ ਅਖਾੜਾ ਬਣ ਜਾਂਦਾ ਹੈ। ਧਰਮ ਦੀ ਕਾਰੋਬਾਰ ਦੇ ਵਿੱਚ ਵੀ ਲੋੜ ਹੈ। ਕਾਰੋਬਾਰ ਵਿੱਚ ਇਮਾਨਦਾਰੀ ਆ ਜਾਂਦੀ ਹੈ, ਬੇਈਮਾਨੀ ਨਹੀਂ, ਠੱਗੀ ਨਹੀਂ, ਧੋਖਾ।
छल नहीं, कपट नहीं। ਵਪਾਰ ਵਿੱਚ ਬੜੀ ਠੱਗੀ ਚੱਲਦੀ, ਬੜੀ ਠੱਗੀ ਚ, ਔਰ ਵਪਾਰ ਦੇ ਨਾਂ ਤੇ ਵੀ ਬੜਾ ਜ਼ੁਲਮ ਚੱਲਦਾ ਹੈ, ਸਮਾਜਿਕ ਰਿਸ਼ਤਿਆਂ ਦੇ ਨਾਂ ਤੇ ਵੀ ਬੜਾ ਜ਼ੁਲਮ ਚੱਲਦਾ ਹੈ, ਰਾਜਨੀਤੀ ਦੇ ਨਾਂ ਤੇ ਵੀ ਬੜੀ ਬੇਇਨਸਾਫੀ ਤੇ ਜ਼ੁਲਮ ਚੱਲਦਾ ਹੈ। ਧਰਮ ਜੁੜ ਜਾਏ ਸਮਾਜ ਵਿੱਚ, ਸਾਰੇ ਰਿਸ਼ਤੇ ਸੁਖਦਾਇਕ ਬਣ ਜਾਂਦੇ ਨੇ। ਰਿਸ਼ਤੇ ਇਸ ਤਰ੍ਹਾਂ ਬਣ ਜਾਂਦੇ ਨੇ, ਮਾਤ ਪਿਤਾ ਸੁਧ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। हे ਪਾਰ ਬ੍ਰਹਮ, ਜਦ ਮੈਂ ਕਮਜ਼ੋਰ ਸੀ, ਮਾਸੂਮ ਬੱਚਾ ਸੀ, ਤੂੰ ਮਾਂ ਬਣ ਕੇ ਮੇਰਾ ਮਦਦਗਾਰ ਬਣਿਆ, ਤੂੰ ਪਿਤਾ ਬਣ ਕੇ ਮੇਰਾ ਸਹਾਇਕ ਬਣਿਆ, ਤੂੰ ਭਰਾ ਬਣ ਕੇ ਮੇਰੀ ਮਾਂ ਬਣਿਆ, ਤੂੰ ਪੁੱਤਰ ਬਣ ਕੇ ਮੇਰਾ ਬੁਢੇਪੇ ਦਾ ਸਹਾਰਾ ਬਣਿਆ। ਬਿਰਧ ਭਇਆ ਉਪਰ ਸਾਗ ਸੈਨ, ਮੁਖ ਅਪਿਆਇਓ ਬੈਠ ਕੋ ਦੇਨ। ਤੂੰ ਪਤਨੀ ਬਣ ਕੇ, ਪਤੀ ਬਣ ਕੇ ਮੇਰੀ ਇੱਜ਼ਤ ਦਾ ਰਖਵਾਲਾ ਬਣਿਆ। ਮਾਤ ਪਿਤਾ ਸੁਧ ਬੰਧਪ ਪਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਇਹ ਮਾਂ ਨਹੀਂ, हे ਪ੍ਰਭੂ ਤੂੰ ਹੀ ਹੈ। ਇਹ ਪਿਤਾ ਨਹੀਂ, ਇਹ ਤੂੰ ਹੀ ਹੈ। ਇਹ ਪਤਨੀ ਨਹੀਂ, ਇਹ ਪਤੀ ਨਹੀਂ, ਇਹ ਤੂੰ ਹੀ ਹੈ। ਸਾਰੇ ਰਿਸ਼ਤਿਆਂ ਦੇ ਵਿੱਚ ਪਰਮਾਤਮਾ ਦੀ ਚਰਨ, ਧਾਰਮਿਕ ਮਨੁੱਖ ਇੰਝ ਜੀਵਦਾ ਹੈ। ਭਾਰਤ ਵਿੱਚ ਕੋਸ਼ਿਸ਼ ਕੀਤੀ ਗਈ ਪਤੀ ਪਤਨੀ ਨੂੰ ਦੇਵੀ ਆਖੇ ਤੇ ਪਤਨੀ ਪਤੀ ਨੂੰ ਪਰਮੇਸ਼ਰ ਆਖੇ, ਇੱਕ ਨੂੰ ਪਰਮਾਤਮਾ ਦਿਖਾਈ ਦੇਵੇ ਤੇ ਇੱਕ ਨੂੰ ਦੇਵੀ ਦਿਖਾਈ ਦੇਵੇ। ਘਰ ਤੇ ਮੰਦਿਰ ਬਣ ਗਿਆ, ਹੋਰ ਕਿਹੜੇ ਮੰਦਿਰ ਦੇ ਜਾਣਾ, ਹੋਰ ਕਿਹੜੇ ਮੰਦਿਰ ਦੇ ਜਾਣਾ। ਘਰ ਤੇ ਮੰਦਿਰ ਬਣ ਕੇ, ਘਰ ਹੀ ਮੰਦਿਰ ਬਣ ਕੇ, ਘਰ ਹੀ ਧਰਮਸਾਲ ਬਣ ਗਿਆ। ਇੱਕ ਨੂੰ ਦੇਵੀ ਦਿਖਾਈ ਦੇ ਰਹੀ, ਇੱਕ ਨੂੰ ਦੇਵਤਾ ਦਿਖਾਈ ਦੇ ਰਿਹਾ। ਆਖਰ ਮੰਦਿਰ ਦੇ ਦੇਵੀ ਦੇਵਤੇ ਆਉਂਦੇ। ਦੇਵੀ ਦੇਵਤਿਆਂ ਦੀ ਹੋਂਦ ਘਰ ਨੂੰ ਮੰਦਿਰ ਬਣਾ ਦੇਦੀ। ਅਗਰ ਪਤਨੀ ਦੇਵੀ ਹੈ, ਪਤੀ ਦੇਵਤਾ ਹੈ, ਘਰ ਤੇ ਮੰਦਿਰ ਬਣ ਗਿਆ, ਹੋਰ ਕਿਹੜੇ ਮੰਦਿਰ ਦੇ ਜਾਣਾ ਹੈ। ਪਰ ਪਤੀ ਘਰ ਆਵੇ ਤੇ ਪਤਨੀ ਨੂੰ ਐਸਾ ਮਹਿਸੂਸ ਹੋਵੇ ਕਿਹੜਾ ਭੂਤ ਘਰ ਦੇ ਚ ਆ ਗਿਆ, ਨਿਰਾ ਹੀ ਕਲੇਸ਼ ਪਾ ਦਿੱਤਾ। ਤੇ ਪਤੀ ਨੂੰ ਇੰਝ ਪਤਾ ਚਲੇ ਕਿਹੜੀ ਡਾਇਣ ਮੇਰੇ ਮੱਥੇ ਲੱਗੀ ਹੈ, ਤੂੰ ਕਿਸੇ ਸ਼ਮਸ਼ਾਨ ਘਾਟ ਦੇ ਜਾਣ ਦੀ ਲੋੜ ਨਹੀਂ। ਘਰ ਹੀ ਸ਼ਮਸ਼ਾਨ ਘਾਟ ਬਣਿਆ, ਜ਼ਿੰਦਾ ਜਲਦੇ ਪਏ ਨੇ, ਉੱਥੇ ਮੁਰਦੇ ਜਲਦੇ ਨੇ, ਜੀਵਦੇ ਜਾਗਦੇ ਜਲਦੇ। ਜੈ ਘਰ ਸਾਗ ਨ ਸੇਵੀਏ, ਹਰ ਕੀ ਸੇਵਾ ਨਾਏ, ਤੇ ਘਰ ਮਰਹਟ ਸਾਰਖੇ ਬਹੁਤ ਬਸੇ ਤੇ ਨਵਾਏ। ਕਬੀਰ ਕਹਿੰਦੇ ਬਹੁਤੇ ਘਰ ਮੈਂ ਦੇਖੇ ਨੇ ਮਰਗੜ ਘਾਟ ਨੇ, ਘਰ ਨਹੀਂ ਨੇ, ਸ਼ਮਸ਼ਾਨ ਘਾਟ ਨੇ। ਮਨੁੱਖ ਨਹੀਂ ਰਹਿੰਦੇ ਪਏ, ਪਤੀ ਪਤਨੀ ਨਹੀਂ ਰਹਿੰਦੇ ਪਏ, ਭੂਤ ਨੇ ਰਹਿੰਦੇ ਪਏ, ਭੂਤ ਰਹਿੰਦੇ ਪਏ। ਭਗਤ ਕਬੀਰ ਜੈ ਘਰ ਸਾਧ ਨ ਸੇਵੀ। ਪਰ ਧਰਮ ਪਰਿਵਾਰ ਨੂੰ ਆਨੰਦ ਦਾ ਅਖਾੜਾ ਬਣਾ ਦਿੰਦਾ ਹੈ। ਸਾਰੇ ਰਿਸ਼ਤਿਆਂ ਵਿੱਚ ਪ੍ਰਭੂ ਦੀ ਝਲਕ ਮਿਲਣੀ ਸ਼ੁਰੂ ਹੋ ਜਾਂਦੀ। ਜਦ ਮਾਂ ਪਰਮਾਤਮਾ ਦਾ ਰੂਪ ਦਿਖਾਈ ਦੇਵੇ ਤਾਂ ਔਖਾ ਕਿਸ ਨੇ ਕਰਨਾ ਹੈ। ਪਿਤਾ ਪਰਮਾਤਮਾ ਦਾ ਰੂਪ ਦਿਖਾਈ ਦੇਵੇ ਤਿਸਕਾਰ ਕਿਸ ਨੇ ਕਰਨਾ ਹੈ। ਤੇ ਪੁੱਤਰ ਪਰਮਾਤਮਾ ਦੇ ਰੂਪ ਦੇ ਮਦਦਗਾਰ ਦਿਖਾਈ ਦੇਣ, ਪਤਨੀ ਸਹਾਇਕ ਦਿਖਾਈ ਦੇਵੇ, ਪਤੀ ਸਹਾਇਕ ਦਿਖਾਈ ਦੇਵੇ, ਘਰ ਪਰਿਵਾਰ ਜੋ ਹੈ ਨਿਰੰਕਾਰ ਦਾ ਰੂਪ ਬਣ ਗਿਆ। ਕਈ ਮੈਨੂੰ ਮਿਲਦੇ ਨੇ, ਸਾਨੂੰ ਤੇ ਫਲਾਣੀ ਜਗ੍ਹਾ ਤੇ ਗਏ ਹਾਂ, ਮਹਾਂਪੁਰਖਾਂ ਦੇ ਦਰਸ਼ਨ ਕੀਤੇ ਨੇ, ਸੱਚਖੰਡ ਦੇ ਦਰਸ਼ਨ ਹੋ ਗਏ। ਮੈਂ ਕਿ ਘਰ ਤੇ ਤੇਰਾ ਨਿਰਾ ਝੂਠਖੰਡ ਬਣਿਆ ਹੋਇਆ, ਉੱਥੇ ਸੱਚਖੰਡ ਦੇ ਦਰਸ਼ਨ। ਜਦੋਂ ਸੱਚਖੰਡ ਦੇ ਦਰਸ਼ਨ ਹੁੰਦੇ ਨੇ, ਉਹਦਾ ਘਰ ਹੀ ਸੱਚਖੰਡ ਹੁੰਦਾ ਹੈ। ਇਹ ਪਹਿਚਾਨ ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਧਰਮ ਦੀ ਲੋੜ ਹੈ ਪਰਿਵਾਰਕ ਰਿਸ਼ਤਿਆਂ ਵਿੱਚ, ਸਮਾਜ ਦੇ ਚਲੋ। ਧਰਮ ਦੀ ਲੋੜ ਹੈ ਕਾਰੋਬਾਰ ਵਿੱਚ, ਤਾਂ ਕਿ ਛਲ ਕਪਟ ਤੇ ਧੋਖਾ ਨਾ ਹੋਵੇ, ਹਰ ਇੱਕ ਨਾਲ ਇਨਸਾਫ ਹੋਵੇ। ਧਰਮ ਦੀ ਲੋੜ ਹੈ ਰਾਜਨੀਤੀ ਵਿੱਚ, ਤਾਂ ਕਿ ਰਾਜਨੀਤੀ ਜ਼ੁਲਮ ਨਾ ਕਰ ਸਕੇ, ਵਿਤਕਰਾ ਨਾ ਕਰ ਸਕੇ। ਮੈਂ ਹੈਰਾਨ ਹਾਂ, 84 ਵਿੱਚ ਹਜ਼ਾਰਾਂ ਸਿੱਖਾਂ ਦੀਆਂ ਲਾਸ਼ਾਂ ਜਿਨ੍ਹਾਂ ਨੇ ਸੜਕ ਤੇ ਵਿਛਾ ਦਿੱਤੀਆਂ, ਉਹ ਤੇ ਪਿਛਲੇ ਦਿਨ ਹੀ ਬਰੀ ਹੋ ਗਏ। ਮੈਂ ਦਿੱਲੀ ਸੇ ਅਖਬਾਰਾਂ 'ਚ ਫੈਸਲਾ ਪੜ੍ਹ ਕੇ ਮੈਂ ਲੱਗ ਰਿਹਾ ਹੱਦ ਹੋ ਗਈ। ਇੰਨੇ ਸਬੂਤ ਮੁਹੱਈਆ ਸਨ, ਅੱਗੇ ਹੋ ਕੇ ਅਗ ਲਾਉਂਦੇ ਰਹੇ, ਅੱਗੇ ਹੋ ਕੇ ਕਤਲ ਗਾਰਤ ਕਰਦੇ ਰਹੇ, ਤੇ ਬਰੀ ਹੋ ਗਏ। ਪਰ ਉਸ ਵਕਤ ਦੀ ਹੋਈ ਬੇਇਨਸਾਫੀ ਦੇ ਖਿਲਾਫ ਕਿਸੇ ਦੇ ਅੰਦਰ ਪ੍ਰਤੀਕਰਮ ਪੈਦਾ ਹੋਇਆ। ਉਹਨੂੰ ਕੋਰਟ ਆਖੇ ਸਜ਼ਾਏ ਮੌਤ ਫਾਂਸੀ।
ਬੇਕਸੂਰਾਂ ਦੀਆਂ ਲਾਸ਼ਾਂ ਵਿਛਾ ਦਿੱਤੀਆਂ ਗਈਆਂ, ਕਸੂਰਵਾਰ ਬਰੀ ਆਜ਼ਾਦ। ਇਹ ਹੁਣੇ ਦੀ ਗੱਲ। ਪ੍ਰਤੀਕਰਮ ਦੇ ਰੂਪ ਵਿੱਚ ਕਿਸੇ ਕੋਲ ਕੁਛ ਹੋ ਗਿਆ ਵੀ ਇਤਨੀ ਬੇਇਨਸਾਫੀ ਹੋ, ਇਤੀ ਮਾਰ ਪਈ ਕੁਰਨਾਕ, ਸਜ਼ਾਏ ਮੌਤ। ਇਹ ਤਾਂ ਹੋ ਸਕਦਾ ਹੈ ਧਰਮ ਨਾ ਹੋਵੇ। ਧਰਮ ਰਾਜਨੀਤੀ ਚਾਹੀਦਾ ਹੈ ਤਾਂ ਕਿ ਬੇਇਨਸਾਫੀ ਨਾ, ਧਰਮ ਸਮਾਜ ਦੇ ਚਾਹੀਦਾ ਹੈ ਤਾਂ ਕਿ ਕਲ ਕਲੇਸ਼ ਨਾ, ਧਰਮ ਕਾਰੋਬਾਰ ਦੇ ਚਾਹੀਦਾ ਹੈ ਤਾਂ ਕਿ ਛਲ ਕਪਟ ਦੇ ਧੋਖਾ ਨਾ। ਧਰਮ ਦੀ ਤੇ ਹਰ ਸ਼ੋਬੇ 'ਚ ਲੋੜ ਹੈ। ਜਦ ਲੋਕੀ ਕਹਿੰਦੇ ਨੇ ਧਰਮ ਦਾ ਸਮਾਜ ਨਾਲ ਕੀ ਮਤਲਬ, ਧਰਮ ਦਾ ਕਾਰੋਬਾਰ ਨਾਲ ਕੀ ਮਤਲਬ, ਧਰਮ ਦਾ ਰਾਜਨੀਤੀ ਨਾਲ ਕੀ ਮਤਲਬ, ਤਾਂ ਧਰਮ ਦਾ ਫਿਰ ਮੁਰਦਿਆਂ ਨਾਲ ਮਤਲਬ ਹੈ, ਮਰਗੜ ਖੰਡ ਨਾਲ ਮਤਲਬ ਹੈ। ਜੀਵਦਾ ਜਾਗਦਾ ਮਨੁੱਖ ਤੇ ਸਮਾਜਿਕ ਜੀਵਨ ਜੀਵੇਗਾ, ਆਰਥਿਕ ਜੀਵਨ ਜੀਵੇਗਾ, ਰਾਜਨੀਤਿਕ ਜੀਵਨ ਜੀਵੇਗਾ। ਅਗਰ ਇਹਨਾਂ ਤਿੰਨ ਜ਼ਿੰਦਗੀਆਂ ਦੇ ਧਰਮ ਨਹੀਂ ਤਾਂ ਧਰਮ ਨੂੰ ਕਿੱਥੇ ਜੋੜੋਗੇ? ਫਿਰ ਕਬਰਾਂ ਨਾਲ, ਫਿਰ ਜਲਦੀਆਂ ਜਾਂ ਚਿਤਾਵਾਂ ਨਾਲ। ਇਤਨੀ ਸੇਵਾ ਪ੍ਰਵਾਨ ਕਰਨੀ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਬੜੇ ਟਿਕਾਊ ਨਾਲ ਆਪਨੇ ਸਰਵਣ ਕੀਤਾ। ਇਹ ਰਹਿੰਦੀ ਵਿਚਾਰ ਬਾਕੀ ਕੱਲ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗੇ। ਬਾਰ ਬਾਰ ਸਾਰਿਆਂ ਦਾ ਧੰਨਵਾਦ। ਭੁੱਲ ਚੁੱਕ ਦੀ क्षमा। ਵਾਹਿਗੁਰੂ ਜੀ।